शुरू करें टॉपिक है थोड़े को एक्सप्रेशन फॉर ऑर्बिटल वेलोसिटी expression for orbital velocity time period height and total energy of satellite ठीक है किसी भी सैटेलाइट ਦੀ ਜਿਹੜੀ ਐਸਐਚ ਇਹਨਾਂ ਵੇਰੀਏਬਲ ਦੀ ਵੈਲਿਊਜ਼ ਆ ਉਹ ਕਿਹੜੇ-ਕਿਹੜੇ के बंदे ਅੱਗੇ ਮੇਰੇ ਕੋਲ ਟਰਮਸ ਦੇ ਉੱਤੇ ਡਿਪੈਂਡੈਂਟ ਹੈ ਕੁਝ ਸ਼ੋ ਪੇ ਕਰਦੇ ਪਏ ਕਿ ਕੋਈ ਸੈਟੇਲਾਈਟ ਜਦੋਂ ਅਰਾਊਂਡ ਦਾ ਅਰਥ ਮੂਵ ਕਰੇਗਾ ਜੇ ਆਪਾਂ ਆ ਸ਼ੋ ਅਪ ਕਰ ਲਈਏ ਕਿ ਅਰਥ ਦਾ ਰੇਡੀਅਸ ਸਾਡੇ ਕੋਲ r ਗਿਵਨ ਆ अर्थ का रेडियस r गिवन हैगा अर्थ दे सेंटर तो जिथे सैटेलाइट मूव करदा पिया अर्थ दी सरफेस तो ओदी हाइट जेडी आ वो h किलोमीटर दिखा देने यानी h हाइट होगी ते अर्थ दे सेंटर तो उस पोजीशन तक का डिस्टेंस जेड़ा स्मॉल r रख देने व्हिच इज इक्वल टू r प्लस h क्या वेरिएबल क्लियर यस ਹੁਣ ਅਸੀਂ ਸ਼ੋ ਅਪ ਕਰਦੇ ਪਏ ਕਿ ਜਿਹੜਾ ਸੈਟੇਲਾਈਟ ਮੇਰੇ ਕੋਲ ਇਸ ਹਾਈਟ ਤੇ ਮੂਵ ਕਰਦਾ ਪਿਆ ਠੀਕ ਹੈ ਜੀ ਅਰਥ ਦੇ ਸੈਂਟਰ ਤੋਂ ਇੰਨੇ ਡਿਸਟੈਂਸ ਤੇ ਇਸ ਸੈਟੇਲਾਈਟ ਤੇ ਮੂਵ ਕਰਨ ਦੀ ਵੈਲੋਸਿਟੀ v ਆ ਸੈਟੇਲਾਈਟ ਦਾ ਮਾਸ ਅਸੀਂ ਡਿਫਾਈਨ ਕਰਦੇ ਨੇ ਮੇਰੇ ਕੋਲ m ਹੈਗਾ ਇਹਨਾਂ ਕਲੀਅਰ ਆ यस ਹੁਣ ਇਹਦੇ ਵਿੱਚ ਐਸਐਚ ਅਸੀਂ ਡਿਫਾਈਨ ਕਿੱਥੋਂ ਸ਼ੁਰੂ ਕਰਨ ਲੱਗੇ ਸਾਰੀ ਚੀਜ਼ ਨੂੰ ਕਰਨਾ ਕਿ ਪਹਿਲਾ ਪਾਰਟ ਦੇ ਵਿੱਚ ਅਸੀਂ ਲੈ ਰਹੇ ਹਾਂ ਆਰਬਿਟਲ ਵੈਲੋਸਿਟੀ ਤੇ ਜੇ ਆਰਬਿਟਲ ਵੈਲੋਸਿਟੀ ਕੈਲਕੂਲੇਟ ਕਰਨੀ ਆ ਤੇ ਆਰਬਿਟਲ ਵੈਲੋਸਿਟੀ ਵਾਸਤੇ ਡਿਫਾਈਨ ਕੀ ਕਰੀਏ ਬੇਟਾ ਪਹਿਲਾਂ ਤਾਂ ਤੁਸੀਂ ਇਹ ਸਾਰੇ ਵੇਰੀਏਬਲ ਇਨ ਥਿਊਰੀ ਡਿਫਾਈਨ ਕਰ ਦੇਣੇ ਆ ਉਸ ਤੋਂ ਬਾਅਦ ਆਰਬਿਟਲ ਵੈਲੋਸਿਟੀ ਕਿਹਨੂੰ ਕਹਿੰਦੇ ਪਏ ਇਟ ਇਜ਼ ਅ ਮਿਨੀਮਮ ਵੈਲੋਸਿਟੀ ठीक है which should be given to the satellite so that it will start orbiting around the earth in a specified orbit ਤੇ ਆਪਣੇ orbit ਕਿਸੇ ਚ ਵੀ ਜਦੋਂ ਸੈਟੇਲਾਈਟ ਨੇ ਮੂਵ ਕਰਨਾ ਹੁਣ ਗੱਲ ਦਿਮਾਗ ਚ ਰੱਖ ਕੇ ਚੱਲਿਓ ਆਪਾਂ ਇੱਕ ਟਰਮ ਪੜ੍ਹੀਆ ਕਿ any object which is moving in a circular path it always requires some centripetal force क्या ਗੱਲ समझ आई यस सर सर रिपीट कर ਜਿਹੜੀ ਵੀ ਬਾਡੀ ਨੇ ਕਿਸੇ ਦੇ ਅਰਾਊਂਡ ਮੂਵ ਕਰਨਾ ਵਾ ਆਪਾਂ ਨੂੰ ਇਹ ਪਤਾ ਸਰਕੂਲਰ ਪਾਥ ਤੇ ਉਹਨੂੰ ਸੈਂਟਰੀਪੀਟਲ ਐਕਸਲਰੇਸ਼ਨ ਚਾਹੀਦੀ ਆ ਤੇ ਸੈਂਟਰੀਪੀਟਲ ਐਕਸਲਰੇਸ਼ਨ ਪ੍ਰੋਵਾਈਡ ਸੈਂਟਰੀਪੀਟਲ ਫੋਰਸ ਦੇ ਨਾਲ ਹੋਏਗੀ ਇਹਨੂੰ ਉਸ ਆਬਜੈਕਟ ਨੂੰ ਸਰਕੂਲਰ ਪਾਥ ਤੇ ਮੂਵ ਕਰਨ ਲੱਗੇ ਸੈਂਟਰੀਪੀਟਲ ਫੋਰਸ ਰਿਕੁਆਇਰਡ ਆ ਤੇ ਕਹਿੰਦਾ ਜੀ ਜਿਹੜੀ ਬਾਡੀ ਨੂੰ ਸੈਂਟਰੀਪੀਟਲ ਫੋਰਸ ਰਿਕੁਆਇਰਡ ਆ ਉਹ ਮੇਰਾ ਸੈਟੇਲਾਈਟ ਆ ਹੂ ਵਿਲ ਪ੍ਰੋਵਾਈਡ ਦਾ ਸੈਂਟਰੀਪੀਟਲ ਫੋਰਸ ਤੇ ਬੇਟਾ ਉਸ ਮੂਵਮੈਂਟ ਤੇ ਅਸੀਂ ਇਹ ਡਿਫਾਈਨ ਕਰਦੇ ਜੇ ਇਲੈਕਟ੍ਰੋਨ ਅਰਾਊਂਡ ਦਾ ਨਿਊਕਲੀਅਸ ਮੂਵ ਕਰਦਾ ਇਲੈਕਟ੍ਰੋਨ ਨੂੰ ਆਪਣੇ ਆਰਬਿਟ ਚ ਸੈਂਟਰੀਪੀਟਲ ਫੋਰਸ ਚਾਹੀਦੀ ਆ ਜਿਹੜੀ ਇਲੈਕਟ੍ਰੋਸਟੈਟਿਕ ਫੋਰਸ ਆਫ ਅਟਰੈਕਸ਼ਨ ਬਿਟਵੀਨ ਨਿਊਕਲੀਅਸ ਐਂਡ ਇਲੈਕਟ੍ਰੋਨ ਹੋਏਗੀ ਠੀਕ ਹੈ ਜਿਹੜੀ ਇਲੈਕਟ੍ਰੋਸਟੈਟਿਕ ਫੋਰਸ ਆਫ ਅਟਰੈਕਸ਼ਨ ਬਿਟਵੀਨ ਨਿਊਕਲੀਅਸ ਐਂਡ ਇਲੈਕਟ੍ਰੋਨ ਹੋਏਗੀ ਉਹ ਇਲੈਕਟ੍ਰੋਨ ਨੂੰ ਸੈਂਟਰੀਪੀਟਲ ਫੋਰਸ ਦੋ ਜੇ ਅਰਥ ਅਰਾਊਂਡ ਦਾ ਸਨ ਮੂਵ ਕਰਦੀ ਪਈ ਆ ਤੇ ਅਰਥ ਨੂੰ ਸੈਂਟਰੀਪੀਟਲ ਫੋਰਸ ਰਿਕੁਆਇਰਡ ਆ सन ने ग्रेविटेशनल फोर्स लगा के अर्थ ਨੂੰ ਸੈਂਟਰੀਪੀਟਲ ਫੋਰਸ ਦੇਣੀ ਜੇ ਸੈਟੇਲਾਈਟ ਅਰਾਊਂਡ ਦਾ ਅਰਥ ਮੂਵ ਕਰਦਾ ਪਿਆ ਸੈਟੇਲਾਈਟ ਨੂੰ ਸੈਂਟਰੀਪੀਟਲ ਫੋਰਸ ਰਿਕੁਆਇਰਡ ਆ ਤੇ ਜਿਹੜੀ ਅਰਥ ਨੇ ਆਪਣੀ ਗ੍ਰੈਵਿਟੇਸ਼ਨਲ ਫੋਰਸ ਲਗਾਣੀ ਉਸ ਸੈਟੇਲਾਈਟ ਦੇ ਉੱਤੇ ਉਹਨੇ ਉਹਨੂੰ ਸੈਂਟਰੀਪੀਟਲ ਫੋਰਸ ਪ੍ਰੋਵਾਈਡ ਕਰਨੀ ਕੀ ਗੱਲ ਸਮਝ ਆਈ यस सर ਇਸ ਤੋਂ ਲੈ ਕੇ ਆਪਾਂ ਤੋਂ ਸ਼ੁਰੂ ਕਰਦੇ ਪਏ ਵੀ ਨੋ ਦੈਟ ਸੈਂਟਰੀਪੀਟਲ ਫੋਰਸ ਰਿਕੁਆਇਰਡ centripetal force required by satellite ठीक है it should be equal to gravitational force of attraction it should be equal to gravitational force of attraction between ये इधर देखो gravitational force of attraction exerted by earth on satellite clear है गल क्या आ कंडीशन क्लियर है बेटा यस सर इसे चीज ਨੂੰ ਆਪਾਂ ਇਦਾਂ ਲਿਖ ਦਿੰਦੇ ਸੈਂਟਰੀਪੀਟਲ ਫੋਰਸ ਨੂੰ fc ਲਿਖ ਦੋ ਠੀਕ ਹੈ ਤੇ ਗ੍ਰੈਵਿਟੇਸ਼ਨਲ ਫੋਰਸ ਨੂੰ fg ਲਿਖ ਦਿੰਦੇ ਹੁਣ ਸੈਂਟਰੀਪੀਟਲ ਫੋਰਸ ਦਾ ਫਾਰਮੂਲਾ ਯਾਦ ਕਰੋ ਆਪਾਂ ਸੈਕੰਡ ਯੂਨਿਟ ਚ ਸੈਂਟਰੀਪੀਟਲ ਐਕਸਲਰੇਸ਼ਨ ਦਾ ਆ ਫਾਰਮੂਲਾ ਕੀਤਾ v²r ਤੇ ਜੇ ਮੈਂ ਸੈਂਟਰੀਪੀਟਲ ਫੋਰਸ ਬਣਾਣੀ ਆ ਤੇ ਫੋਰਸ ma ਨੂੰ ਕਹਿੰਦੇ ਆ ਇਹਨੂੰ ਵੀ ਤੇ ਇਹਨੂੰ ਵੀ m ਨਾਲ ਮਲਟੀਪਲਾਈ ਯਾਨੀ mv²r ਮੇਰੀ ਸੈਂਟਰੀਪੀਟਲ ਫੋਰਸ ਹੋ ਜੂ यस सर
ਇਹਦਾ ਮਤਲਬ ਆਪਣੇ ਕੋਲ ਕੀ ਆ ਗਿਆ ਜੀ mv²/r, ਠੀਕ ਹੈ। ਸੈਂਟਰੀਪੀਟਲ ਆ ਗਈ। ਗ੍ਰੈਵਿਟੇਸ਼ਨਲ ਫੋਰਸ ਲਿਖਣੀ ਕਿਹਦੇ ਕਿਹਦੇ ਵਿੱਚ, ਜਿਹੜਾ ਅਰਥ ਦਾ ਮਾਸ ਹੋਏਗਾ ਉਹਨੂੰ ਕੈਪੀਟਲ M ਲਿਖਨੇ ਪਏ, ਜਿਹੜਾ ਸੈਟੇਲਾਈਟ ਦਾ ਮਾਸ ਆ ਸਮਾਲ m ਆ, ਤੇ ਦੋਨਾਂ ਦੇ ਵਿਚਲਾ ਡਿਸਟੈਂਸ ਸਮਾਲ r ਨਾਲ ਅਸੀਂ ਡਿਫਾਈਨ ਕੀਤਾ, ਠੀਕ ਹੈ। ਇਹਦਾ ਮਤਲਬ ਗ੍ਰੈਵਿਟੇਸ਼ਨਲ ਫੋਰਸ ਦਾ ਫਾਰਮੂਲਾ gmm/r²। क्या क्लियर है स्टेप? Yes, sir. Yes, sir. ਇਸੇ ਨੂੰ ਕੰਟੀਨਿਊ ਕਰਦੇ ਚਲੀਏ ਤੇ ਇਹਦੇ ਵਿੱਚ ਹੁਣ SH m ਕੈਨਸਲ ਹੋ ਜਾਣਾ ਤੇ b ਆਰਬਿਟਲ ਵੈਲੋਸਿਟੀ ਆ ਮੇਰੀ, ਇਹਨੂੰ ਕੈਲਕੂਲੇਟ ਕਰ ਦੋ। b² ਦਾ ਫਾਰਮੂਲਾ ਆ ਗਿਆ gm/r, ठीक है, क्योंकि एक r को कैंसिल हो जाना। अल्टीमेटली तो अपना ऑर्बिटल वेलोसिटी का फार्मूला बन जाना √of gm/r। क्या आप फार्मूला क्लियर? Yes. Yes, sir. रिपीट कर दो एक बार, हाँ जी, रिपीट कर दो, फिर रिपीट एक बार। तो तब ये क्या ना कि आ दोनों फार्मूले इक्वेट कर दो, r कैंसिल हो गया, एक m कैंसिल मुड़ के b का फार्मूला बना दो। b² की वैल्यू एबीसी की तो रूट कर लो, मतलब b की वैल्यू √gm/r आ गई। यस सर। Yes, sir. ऑर्बिटल वेलोसिटी जितो लेके चलिए केड़ी-केड़ी चीज पे डिपेंडेंट आ, कहना जी यूनिवर्सल कांस्टेंट दी वैल्यू फिक्स आ, मास ऑफ अर्थ जेड़ा वो फिक्स लेना, केवल मेन ऑर्बिटल वेलोसिटी इनवर्सली टू r आई है ते r हैगा डिस्टेंस बिटवीन सेंटर ऑफ अर्थ एंड द सैटेलाइट। केवल जेड़ा सैटेलाइट हुन मैं इथों जे लेके चलना, जेड़ा पोलर सैटेलाइट होएगा ते जेड़ा जियो स्टेशनरी होएगा, जे आ जियो स्टेशनरी दा ऑर्बिट होवे, जियो स्टेशनरी सेंटर अपने सरफेस तो 36,000 किलोमीटर दी हाइट ते है, जबकि पोलर जेड़ा वा सरफेस तो सिर्फ 500 किलोमीटर दी हाइट ते है। ਇਹਦਾ ਮਤਲਬ ਹੈ ਇਹਦਾ r ਜਿਹੜਾ ਵਾ ਪੋਲਰ ਦਾ r ਸਮਾਲ ਆ, ਠੀਕ ਹੈ, ਤੇ ਜਿਹੜਾ ਜੀਓ ਸਟੇਸ਼ਨਰੀ ਉਹਦਾ r ਲਾਰਜ ਆ। ਇਸ ਲਈ ਜਿੰਨਾ r ਇਨਕਰੀਜ਼ ਹੁੰਦਾ ਜਾਏਗਾ ਉਨੀ ਆਰਬਿਟਲ ਵੈਲੋਸਿਟੀ ਘਟਦੀ ਜਾਣੀ। ਕੀ ਗੱਲ ਸਮਝ ਆਈ? Yes, sir. यस सर। ਸੈਟੇਲਾਈਟ ਅਰਥ ਦੇ ਨੀਅਰ ਬਾਈ ਮੂਵ ਕਰਦਾ ਪਿਆ, that should be moving at a higher velocity, ਠੀਕ ਹੈ। ਜਿਹੜਾ ਸੈਟੇਲਾਈਟ ਅਰਥ ਤੋਂ ਅਵੇ ਮੂਵ ਕਰਦਾ ਪਿਆ, that should be moving at a lower velocity। ਇਹਦਾ ਮਤਲਬ ਹੋ ਗਿਆ ਸਾਰੇ ਸੈਟੇਲਾਈਟਸ ਦੀ ਆਰਬਿਟਲ ਵੈਲੋਸਿਟੀ ਸੇਮ ਨਹੀਂ ਹੋਏਗੀ। ਜਿਹੜਾ ਨੀਅਰ ਬਾਈ ਹੈ that should be moving at a higher velocity, ਔਰ ਜਿਹੜਾ ਫਾਰ ਅਵੇ ਹੈ ਉਹਦੀ ਵੈਲੋਸਿਟੀ ਮੇਰੇ ਕੋਲ ਘੱਟ ਹੋਏਗੀ। क्या इना क्लियर है जी? Yes. यस Yes, सर। sir. Yes, sir. ਇਸੇ ਦੇ ਅੱਗੇ ਆਪਾਂ ਹਜੇ ਹੋਰ ਫਾਰਮ ਬਣਾਣੀ ਆ। ਉਹਦੇ ਚ ਕੀ ਕਰਨਾ, ਸਮਾਲ r ਨੂੰ ਰੇਡੀਅਸ ਆਫ ਅਰਥ ਦੀ ਫਾਰਮ ਚ ਕਨਵਰਟ ਕਰਕੇ ਲਿਖਣਾ, ਔਰ ਕੈਪੀਟਲ G ਨੂੰ ਸਮਾਲ g ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਦੀ ਫਾਰਮ ਚ ਲੈ ਕੇ ਜਾਣਾ। ਉਹਦੇ ਲਈ ਆਪਾਂ ਇੱਥੇ ਕਨਵਰਜਨ ਹੀ ਕਰਨ ਲੱਗੇ। ਆਪਣੇ ਕੋਲ ਰਿਲੇਸ਼ਨ ਸੀਗਾ, we know that small g equal to, ਕੀ ਫਾਰਮੂਲਾ ਸੀ ਜੀ ਇਹਦਾ? Capital D G M by M R. Capital M upon R square. ਕਿਹੜਾ r ਜੀ? Small r. स्मॉल कैपिटल Capital. Capital R. Capital. ਇਹ g ਦੀ ਵੈਲਿਊ ਔਨ ਸਰਫੇਸ ਆਫ ਅਰਥ ਅਸੀਂ ਦੱਸਦੇ ਪਏ, ਇਸ ਲਈ ਇੱਥੇ ਇਹਨਾਂ ਆਰਟੀਕਲ ਚ ਇੱਕੋ ਧਿਆਨ ਰੱਖਿਓ, ਕਿੱਥੇ ਸਮਾਲ ਕਿੱਥੇ ਕੈਪੀਟਲ ਵੇਰੀਏਬਲਸ ਨੇ, ਉਹ ਚੀਜ਼ਾਂ ਧਿਆਨ ਚ ਰੱਖਣ ਵਾਲੀਆਂ ਬੇਟਾ। ਇਹ ਤੋਂ ਫਿਰ g ਦੀ ਵੈਲਿਊ gm ਕੱਢ ਦਈਏ ਤੇ gm ਦੀ ਵੈਲਿਊ gr² ਆ ਜਾਊ, ਕਲੀਅਰ ਆ। ਔਰ ਦੂਜੇ ਪਾਸੇ ਨਾਲ ਹੀ ਸਮਾਲ r ਦੀ ਵੈਲਿਊ ਲਿਖ ਦਿਓ। ਆਲਸੋ ਸਮਾਲ r ਦੀ ਵੈਲਿਊ ਅਸੀਂ ਡਿਫਾਈਨ ਕੀਤੀ ਆ r h ਨੂੰ, ਤੇ ਆ ਦੋਨੋਂ ਦੀਆਂ ਦੋਨੋਂ ਵੈਲਿਊਜ਼ ਜਿਹੜੀਆਂ ਨੇ ਇਸ ਇਕੁਏਸ਼ਨ ਨੰਬਰ 1 ਚ ਇਹਨੂੰ ਪੁੱਟ ਕਰ ਦਿਓ। in equation number 1 ਦੇ ਵਿੱਚ ਪੁੱਟ ਕਰ ਲਿਓ, put value of gm and r in 1, ਤੇ ਇੱਥੇ ਵੈਲਿਊ ਪੁੱਟ ਆਊਟ ਕਰਕੇ ਚੱਲੀਏ ਤੇ ਆਰਬਿਟਲ ਵੈਲੋਸਿਟੀ ਦਾ ਫਾਰਮੂਲਾ ਆ ਜਾਣਾ gm ਦੀ ਥਾਂ ਤੇ gr², gm ਦੀ ਥਾਂ ਤੇ gr² ਓਵਰ ਆ ਗਿਆ r h, ਠੀਕ ਹੈ ਜੀ। ਆ ਇੱਥੇ ਮੇਰੇ ਕੋਲ sh ਆਰਬਿਟਲ ਵੈਲੋਸਿਟੀ ਦਾ ਸੈਕੰਡ ਫਾਰਮੂਲਾ ਬਣੂ। ਕੀ ਫਾਰਮੂਲਾ ਕਲੀਅਰ ਹੈ? Yes. Yes, sir. ਇਹਦੇ ਵਿੱਚ ਅਗਰ ਇੱਕ ਕੰਡੀਸ਼ਨ ਹੋਰ ਲਾਣ ਲੱਗੇ, ਕੰਡੀਸ਼ਨ ਇਹ ਲਾ ਰਹੇ ਕਿ ਵੀ ਇਫ ਸੈਟੇਲਾਈਟ ਇਜ਼ ਆਰਬਿਟਿੰਗ ਵੈਰੀ ਮਚ ਕਲੋਜ਼ ਟੂ ਦਾ ਸਰਫੇਸ ਆਫ ਅਰਥ, ਯਾਨੀ ਜੇ h ਦੀ ਵੈਲਿਊ r ਦੇ ਕੰਪੈਰੀਟਿਵਲੀ ਬਹੁਤ ਥੋੜੀ ਹੋਈ, r ਮੇਰਾ ਹੈਗਾ 6400 ਕਿਲੋਮੀਟਰ, ਤੇ ਜੇ ਸੈਟੇਲਾਈਟ ਅਰਥ ਤੋਂ ਅਸੀਂ ਮੰਨੀਏ 100 ਕਿਲੋਮੀਟਰ ਦੀ ਹਾਈਟ ਤੇ ਆ ਜਾਂ 200 ਕਿਲੋਮੀਟਰ ਦੀ ਹਾਈਟ ਤੇ, which is very much closer to the earth surface, ਇਹਦਾ ਮਤਲਬ ਜੇ ਇਹ ਕੰਡੀਸ਼ਨ ਅੱਗੇ ਆ ਲਗਾ ਦਈਏ if h is very much smaller than r, देख रहे हैं, if h is very much smaller than r, ठीक है, जे h ਦੀ ਵੈਲਿਊ r ਤੋਂ ਜਦੋਂ ਜੀ ਬਹੁਤ ਸਮਾਲ ਹੋਏਗੀ ਤੇ ਫਿਰ r h ਦੇ ਵਿੱਚੋਂ h ਨੈਗਲੈਕਟ ਹੋ ਜੂ। Yes, sir. if Yes, h sir. less than r, यस सर। then neglect h
with respect to r ਤੇ ਫਿਰ ਜੇ ਮੈਂ h ਨੂੰ ਇਥੋਂ ਨੈਗਲੈਕਟ ਕਰ ਦਵਾਂ ਤੇ therefore ਆਪਣੀ orbital velocity ਦਾ ਫਾਰਮੂਲਾ ਬਣ ਜਾਣਾ √gr² ਓਵਰ r ਆ ਇੱਕ r ਕੈਨਸਲ ਹੋ ਜਾਏਗਾ ਤੇ ਆਪਣੇ ਕੋਲ orbital velocity ਦਾ ਫਾਰਮੂਲਾ ਆ ਗਿਆ √g r। ਇਹਦਾ ਮਤਲਬ ਜੇ ਹੁਣ ਮੈਂ ਇੱਥੇ ਅਰਥ ਵਾਸਤੇ g ਦੀ ਵੈਲਿਊ 9.8 ਤੇ ਰੇਡੀਅਸ ਆਫ ਅਰਥ 6400 ਕਿਲੋਮੀਟਰ ਦੇ ਹਿਸਾਬ ਨਾਲ ਭਰ ਲਵਾਂ ਤੇ ਮੈਨੂੰ orbital velocity of satellite which is orbiting very much close to the earth surface ਉਹ ਨਿਕਲ ਆਏਗੀ ਬੇਟਾ। Yes, sir. ਯੈਸ ਸਰ। Yes, sir. ਇਹਦਾ ਮਤਲਬ ਜਿਹੜੇ ਸੈਟੇਲਾਈਟ ਅਰਥ ਦੇ ਬਹੁਤ ਨੀਅਰ ਬਾਈ ਮੂਵ ਕਰੂਗਾ ਹਨਾ ਅਸੀਂ ਜੇ ਉਹਦੀ ਵੈਲੋਸਿਟੀ ਕੱਢੀਏ ਆਪੇ ਤੇ ਫਿਰ ਐਸਐਚ ਕੀ ਕਹਿ ਦਿੰਦੇ ਠੀਕ ਹੈ ਕਲੀਅਰ। g ਦੀ ਵੈਲਿਊ 9.8 ठीक है जी g ਦੀ ਵੈਲਿਊ 9.8 मीटर पर सेकंड स्क्वायर और r ਦੀ ਵੈਲਿਊ 6400 ਕਿਲੋਮੀਟਰ। ਜੇ ਮੈਂ ਇਹ ਵੈਲਿਊ ਪੁੱਟ ਅਪ ਕਰਕੇ ਠੀਕ ਹੈ ਜੇ ਤੇ orbital velocity ਦੀ ਵੈਲਿਊ ਕੱਢਣੀ ਹੋਵੇ ਤੇ ਇਹ ਵੈਲਿਊ ਅਪਰੋਕਸੀਮੇਟਲੀ 7.92 ਕਿਲੋਮੀਟਰ ਪਰ ਸੈਕਿੰਡ ਆਂਦੀ ਹੈ। ਇਹਦਾ ਮਤਲਬ ਜਿਹੜਾ ਸੈਟੇਲਾਈਟ ਅਰਥ ਦੇ ਬਹੁਤ ਨੀਅਰ ਬਾਈ ਮੂਵ ਕਰਦਾ ਪਿਆ ਬਾਜੂ ਜਿਹੜਾ ਸੈਟੇਲਾਈਟ ਅਰਥ ਦੇ ਬਹੁਤ ਨੀਅਰ ਬਾਈ ਮੂਵ ਕਰਦਾ ਪਿਆ ਉਹਦੀ orbital velocity approximately 8 ਕਿਲੋਮੀਟਰ ਪਰ ਸੈਕਿੰਡ ਤੇ ਜੇ ਮੈਂ ਹਾਈਟ ਵਧਾਉਂਦਾ ਚਲਾ ਜਾਵਾਂ ਜੇ ਅਸੀਂ ਮੰਨੀਏ ਕਿ ਸੈਟੇਲਾਈਟ ਪੋਲਰ ਨਾ ਹੋ ਕੇ ਮੇਰੇ ਕੋਲ ਜੀਓ ਸਟੇਸ਼ਨਰੀ ਹੋ ਗਿਆ ਤਾਂ ਅਸੀਂ ਕਹਿੰਦੇ ਜੀਓ ਸਟੇਸ਼ਨਰੀ ਸੈਟੇਲਾਈਟ ਦੀ ਜਿਹੜੀ ਵੈਲੋਸਿਟੀ ਆ ਉਹ 3.1 ਕਿਲੋਮੀਟਰ ਪਰ ਸੈਕਿੰਡ ਆ। ਇਹਦਾ ਮਤਲਬ ਜਿੱਦਾਂ ਜਿੱਦਾਂ ਤੁਸੀਂ ਅਰਥ ਦੀ ਸਰਫੇਸ ਤੋਂ ਹਾਈਟ ਤੇ ਜਾਂਦੇ ਜਾਓਗੇ orbital velocity will going on decreasing ਮੇਰੀ orbital velocity ਜਿਹੜੀ ਉਹ ਡਿਕਰੀਜ਼ ਹੁੰਦੀ ਚਲੇ ਜਾਣੀ। क्या इन्हीं गल समझ लग रही? Yes, sir. ਯੈਸ ਆਪਾਂ ਜਿੰਨੇ ਪਾਰਟ ਕਰਨੇ ਆ ਉਹਨਾਂ ਚੋਂ ਇੱਕ ਪਾਰਟ ਕੰਪਲੀਟ ਕਰਦੇ ਪਏ orbital velocity। orbital velocity ਨੂੰ ਆਪਾਂ ਤਿੰਨ ਫਾਰਮ ਚ ਬੇਟਾ ਡਿਫਾਈਨ ਕੀਤਾ। orbital velocity ਨੂੰ ਕੈਲਕੂਲੇਟ ਕਰਨ ਲੱਗੇ ਇੱਕੋ ਹੀ ਸਟੈਪ ਦਿਮਾਗ ਚ ਰੱਖਣ ਵਾਲੀ ਗੱਲ ਆ ਔਰ ਉਹ ਇਹ ਆ ਕਿ ਵੀ ਜਦੋਂ ਵੀ orbital velocity ਕੱਢੀ ਆਪਾਂ ਇਹ ਕਹਿਤਾ ਕਿ ਵੀ ਸੈਟੇਲਾਈਟ ਦੀ ਸੈਂਟਰੀਪੀਟਲ ਫੋਰਸ ਠੀਕ ਹੈ ਤੇ ਜਿਹੜੀ ਐਸਐਚ ਦੀ ਰਿਕੁਆਇਰਡ ਹੈਗੀ ਤੇ ਜਿਹੜੀ ਗ੍ਰੈਵਿਟੇਸ਼ਨਲ ਫੋਰਸ ਅਰਥ ਨੇ ਉਸ ਨੂੰ ਪ੍ਰੋਵਾਈਡ ਕੀਤੀ ਇਹ ਦੋਨੋਂ ਚੀਜ਼ਾਂ ਆਪਸ ਵਿੱਚ ਇਕੁਅਲ ਆ। ਆ ਚੀਜ਼ ਇਕੁਏਟ ਕਰ ਦੋ orbital velocity ਦੀ ਵੈਲਿਊ ਆ ਗਈ ਮੁੜ ਕੇ ਸਿਰਫ ਅਸੀਂ ਉਹਦੀ ਮੈਨੀਪੂਲੇਸ਼ਨ ਕੀਤੀ ਆ ਸਮਾਲ g ਦੀ ਫਾਰਮ ਚ ਤੇ ਕੈਪੀਟਲ r ਦੀ ਫਾਰਮ ਚ। क्या आ स्टेप सारे क्लियर है? Yes. Yes, sir. Yes, sir.